ਕੈਨੇਡਾ ਦੇ ਬਰੈਂਪਟਨ 'ਚ ਕੱਢੀ ਗਈ ਇੰਦਰਾ ਗਾਂਧੀ ਦੇ ਕਤਲ ਦੀ ਵਿਵਾਦਿਤ ਝਾਂਕੀ ਮਰਹੂਮ ਪ੍ਰਧਾਨ ਮੰਤਰੀ ਨੂੰ ਗੋਲੀਆਂ ਮਾਰਦੇ ਸਿੱਖ ਬਾਡੀਗਾਰਡਸ ਵਿਖਾਏ। ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ 4 ਜੂਨ ਨੂੰ ਕੱਢਿਆ ਗਿਆ ਸੀਗਾ ਪਰੇਡ ਮਾਰਚ। ਹੁਣ ਭਾਂਜੇ ਨੂੰ ਦਿੱਤੀ ਸਿਕਿਉਰਿਟੀ ਨੂੰ ਲੈ ਕੇ ਵਿਜੀਲੈਂਸ ਦੀ ਰਡਾਰ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ। ਵਿਜੀਲੈਂਸ ਨੇ ਡੀਜੀਪੀ ਆਫਿਸ ਤੋਂ ਮੰਗਿਆ ਪੂਰਾ ਰਿਕਾਰਡ। ਕਿਸ ਦੇ ਆਦੇਸ਼ ਤੇ ਹਨੀ ਨੂੰ ਦਿੱਤੇ ਗਏ ਸੀਗੇ ਕਮਾਂਡੋ ਅਤੇ ਐਸਕॉर्ट ਗੱਡੀਆਂ। ਨਵਜੋਤ ਸਿੰਘ ਸਿੱਧੂ ਅਤੇ ਸੀਐਮ ਮਾਨ ਵਿਚਾਲੇ ਨਿੱਜੀ ਹਮਲਿਆਂ ਦੀ ਲੜਾਈ 'ਚ ਮੈਡਮ ਸਿੱਧੂ ਦੀ ਐਂਟਰੀ। ਕਿਹਾ ਸੀਐਮ ਦੇ ਕੋਲ ਕੁਝ ਫੈਕਟਸ ਗਲਤ। ਸਿੱਧੂ ਦੇ ਪਿਤਾ ਦਾ ਹੋਇਆ ਸੀਗਾ ਇੱਕੋ ਵਿਆਹ। ਸੀਐਮ ਨੇ ਕਿਹਾ ਸਿੱਧੂ ਆਪਣੇ ਪਿਤਾ ਦੀ ਦੂਜੀ ਪਤਨੀ ਦੀ ਨੇ ਔਲਾਦ। ਕੈਨੇਡਾ ਤੋਂ ਡਿਪੋਰਟ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਲੈ ਕੇ ਐਕਸ਼ਨ 'ਚ ਪੰਜਾਬ ਸਰਕਾਰ। ਸਟੂਡੈਂਟਸ ਦੀ ਪੈਰਵੀ ਲਈ ਅੱਜ ਐਨਆਰਆਈ ਮਾਮਲੇ ਦੇ ਮੰਤਰੀ ਕੁਲਦੀਪ ਧਾਲੀਵਾਲ ਦੀ ਅਹਿਮ ਮੀਟਿੰਗ। ਟਰੈਵਲ ਏਜੰਟ ਦੇ ਫਰਜ਼ੀਵਾੜਾ ਕਰਕੇ ਕਰੀਬ 700 ਸਟੂਡੈਂਟਸ ਤੋਂ ਤੇ ਮੰਡਰਾ ਰਿਹਾ ਸੰਕਟ। ਅੱਜ ਹਰਿਆਣਾ 'ਚ ਆਮ ਆਦਮੀ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ। ਜੀਂਦ 'ਚ ਕੇਜਰੀਵਾਲ ਤੇ ਭਗਵੰਤ ਮਾਨ ਦਾ ਰੋਡ ਸ਼ੋਅ। ਮਿਸ਼ਨ 2024 ਦਾ ਵਜਾਉਣਗੇ ਬਿਗੁਲ। ਅੱਜ ਵੀ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ। ਅੱਜ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਤੋਂ ਬਾਅਦ ਫਿਰੋਜ਼ਪੁਰ ਦਾ ਕਰਨਗੇ ਦੌਰਾ। ਕੱਲ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਪਾਕਿਸਤਾਨ ਖਿਲਾਫ ਸਰਜੀਕਲ ਸਟ੍ਰਾਈਕ ਦੀ ਕੀਤੀ ਸੀ ਮੰਗ। ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਫਿਰ ਬਰਾਮਦ ਹੋਇਆ ਡਰੋਨ। ਅੰਮ੍ਰਿਤਸਰ 'ਚ ਬੀਐਸਐਫ ਨੇ ਸਰਚ ਆਪਰੇਸ਼ਨ ਦੌਰਾਨ ਕੀਤਾ ਰਿਕਵਰ। ਨੇੜੇ ਦੇ ਇਲਾਕਿਆਂ 'ਚ ਵੀ ਚਲਾਇਆ ਤਲਾਸ਼ੀ ਅਭਿਆਨ। ਬਲਵੰਤ ਸਿੰਘ ਰਾਜੋਆਣਾ ਦਾ ਜਥੇਦਾਰ ਤੇ ਤਿੱਖਾ ਨਿਸ਼ਾਨਾ। ਜੇ ਸਰਕਾਰਾਂ ਤੋਂ ਇਨਸਾਫ ਹੀ ਨਹੀਂ ਮੰਗਣਾ ਤਾਂ ਮੇਰੇ ਲਈ ਐਸਜੀਪੀਸੀ ਵੱਲੋਂ ਪਾਈ ਅਪੀਲ ਵੀ ਕਰਵਾਓ ਵਾਪਸ। ਇਨਸਾਫ ਮੰਗਣ ਦੀ ਥਾਂ ਹੁਕਮਰਾਨਾਂ ਦੇ ਵਿਆਹ 'ਚ ਭੰਗੜੇ ਪਾਓ ਤੇ ਲੱਡੂ ਖਾਓ। ਸਨੀ ਦਿਓਲ ਦੀ ਗਦਰ 2 ਫਿਲਮ ਨੂੰ ਲੈ ਕੇ ਵਿਵਾਦ। ਗੁਰੂ ਘਰ ਦੀ ਹਦੂਦ ਦੇ ਅੰਦਰ ਫਿਲਮਾਇਆ ਗਿਆ ਰੋਮਾਂਟਿਕ ਸੀਨ। ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾ ਕੇ ਕਾਰਵਾਈ ਦੀ ਕੀਤੀ ਮੰਗ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਖਿਲਾਫ ਨਾਬਾਲਗ ਨੇ ਬਦਲਿਆ ਬਿਆਨ। ਕਿਹਾ ਜਿਨਸੀ ਸ਼ੋਸ਼ਣ ਨਹੀਂ ਹੋਇਆ। ਨਿਊਜ਼ 18 ਤੇ ਬੋਲੇ ਉਸਦੇ ਪਿਤਾ। ਗੁੱਸੇ 'ਚ ਲਗਾ ਦਿੱਤੇ ਸਨ ਇਲਜ਼ਾਮ, ਪਰ ਭੇਦਭਾਵ ਦੇ ਇਲਜ਼ਾਮਾਂ ਤੇ ਅਜੇ ਵੀ ਕਾਇਮ। ਲੜਦੇ ਰਹਾਂਗੇ ਲੜਾਈ। ਖੇਡ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਰੈਸਲਰਸ ਨੇ 15 ਜੂਨ ਤੱਕ ਅੰਦੋਲਨ ਕੀਤਾ ਮੁਲਤਵੀ। ਬਜਰੰਗ ਪੁਨੀਆ ਬੋਲੇ ਖਿਡਾਰੀਆਂ ਤੋਂ ਕੇਸ ਹੋਣਗੇ ਵਾਪਸ। ਖਾਪ ਪੰਚਾਇਤਾਂ ਤੇ ਕਿਸਾਨ ਲੀਡਰਾਂ ਨਾਲ ਵਿਚਾਰਾਂਗੇ। ਖੇਡ ਮੰਤਰੀ ਦਾ ਪ੍ਰਪੋਜ਼ਲ। ਕੇਂਦਰ ਨੇ ਝੋਨੇ ਦੀ ਐਮਐਸਪੀ 'ਚ 143 ਰੁਪਏ ਦਾ ਕੀਤਾ ਇਜ਼ਾਫਾ। ਇਸ ਸਾਲ 2183 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਤੇ ਵਿਕੇਗਾ ਝੋਨਾ। ਮੂੰਗੀ ਦੀ ਐਮਐਸਪੀ ਸਭ ਤੋਂ ਵੱਧ 803 ਵਧਾਈ। ਨੈਸ਼ਨਲ ਹਾਈਵੇ ਜਾਮ ਕਰਨ ਦੇ ਮਾਮਲੇ 'ਚ ਜੇਲ੍ਹ ਪਹੁੰਚੇ ਗੁਰਨਾਮ ਸਿੰਘ ਚੜੂਨੀ। ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ। ਚੜੂਨੀ ਗਰੁੱਪ ਦੀ ਚੇਤਾਵਨੀ 12 ਜੂਨ ਤੱਕ ਨਾ ਕੀਤਾ ਰਿਹਾ ਤਾਂ ਹੋਵੇਗੀ ਆਰ-ਪਾਰ ਦੀ ਲੜਾਈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ, ਜੋ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੀ ਹੋਈ ਹੈ। ਹੁਣ ਭਾਂਜੇ ਨੂੰ ਸਿਕਿਉਰਿਟੀ ਦੇਣ ਨੂੰ ਲੈ ਕੇ ਰਡਾਰ ਤੇ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ। ਸਾਬਕਾ ਸੀਐਮ ਦੀਆਂ ਹੋਰ ਮੁਸ਼ਕਲਾਂ ਵੱਧ ਸਕਦੀਆਂ ਨੇ। ਦੱਸਦੇ ਕਿ ਭਾਂਜੇ ਨੂੰ ਦਿੱਤੀ ਸਿਕਿਉਰਿਟੀ ਬਾਰੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਬਤ ਵਿਜੀਲੈਂਸ ਨੇ ਡੀਜੀਪੀ ਆਫਿਸ ਤੋਂ ਸਾਰੇ ਰਿਕਾਰਡਸ ਮੰਗੇ ਨੇ, ਸਾਰਾ ਵੇਰਵਾ ਮੰਗਿਆ ਗਿਆ ਹੈ। ਦੱਸਦੇ ਕਿ ਕਮਾਂਡੋ ਅਤੇ ਐਸਕॉर्ट ਗੱਡੀਆਂ ਦਾ ਪੂਰਾ ਰਿਕਾਰਡ ਮੰਗਿਆ ਗਿਆ ਹੈ। ਇਸ ਦੇ ਨਾਲ ਹੀ ਕਿਸ ਦੇ ਆਦੇਸ਼ ਤੇ ਭੁਪਿੰਦਰ ਸਿੰਘ ਹਨੀ ਨੂੰ ਦਿੱਤੇ ਗਏ ਸੀਗੇ ਕਮਾਂਡੋ ਅਤੇ ਐਸਕॉर्ट ਗੱਡੀਆਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੀ ਸਰਕਾਰ 'ਚ ਦੱਸਦੇ ਕਿ ਚੰਨੀ ਦੇ ਭਾਂਜੇ ਨੂੰ ਮਿਲੀ ਹੋਈ ਸੀਗੀ ਵੀਆਈਪੀ ਸਿਕਿਉਰਿਟੀ। 3 ਮਹੀਨਿਆਂ ਲਈ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜਦੋਂ ਸੀਐਮ ਬਣੇ ਸੀਗੇ ਤੇ ਉਸ ਟਾਈਮ ਦਾ ਪੂਰਾ ਮਾਮਲਾ ਹੈ ਤੇ ਕਮਾਂਡੋ ਅਤੇ ਐਸਕॉर्ट ਗੱਡੀਆਂ ਦਾ ਪੂਰਾ ਵੇਰਵਾ ਮੰਗਿਆ ਹੈ। ਕਾਬਿਲੇ ਗੌਰ ਹੈ ਕਿ ਭੁਪਿੰਦਰ ਸਿੰਘ ਹਨੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਬੇਟੇ ਨੇ। ਇਸ ਤੋਂ ਪਹਿਲਾਂ ਵੀ ਉਹਨਾਂ ਤੇ ਕੇਸ ਚੱਲ ਰਿਹਾ ਹੈ, ਇਲੀਗਲ ਮਾਈਨਿੰਗ ਦਾ ਵੀ ਕੇਸ ਚੱਲ ਰਿਹਾ ਹੈ। ਈਡੀ ਨੇ ਛਾਪੇਮਾਰੀ ਕੀਤੀ ਸੀ ਤੇ ਕਈ ਕੁਝ ਕਰੋ ਰਿਕਵਰੀ ਕੀਤੀ ਗਈ ਸੀਗੀ। ਮੇਰੇ ਨਾਲ ਮੇਰੇ ਸਹਿਯੋਗੀ ਪੰਕਜ ਕਪਾਹੀ ਫੋਨ ਲਾਈਨ ਤੇ ਮੌਜੂਦ ਨੇ। पंकज साबका सीएम ਦੇ ਜੋ ਜਾਂਚ ਹੈ ਹੋਰ ਜੋ ਮੁਸ਼ਕਲਾਂ ਵੱਧ ਸਕਦੀਆਂ ਨੇ। ਪਹਿਲਾ ਕੇਸ ਚੱਲ ਰਿਹਾ ਹੈ ਚਮਕੌਰ ਸਾਹਿਬ 'ਚ ਜੋ ਪ੍ਰੋਗਰਾਮ ਕਰਾਇਆ ਸੀਗਾ, ਆਮਦਨ ਤੋਂ ਵੱਧ ਜਾਇਦਾਦ ਦਾ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਵਿਜੀਲੈਂਸ ਦੇ ਵੱਲੋਂ, ਤੇ ਹੁਣ ਹੋਰ ਮੁਸ਼ਕਲਾਂ ਵੱਧ ਸਕਦੀਆਂ ਨੇ। निश्चित तौर पर क्योंकि जिस तरीके दे नाल हनी दे कोलों ईडी ने 8 करोड़ रुपए बरामद किए थे
ਉਸ ਤੋਂ ਬਾਅਦ ਜਿੱਥੇ ਈਡੀ ਹਨੀ ਦੇ ਖਿਲਾਫ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ, ਉੱਥੇ ਹੀ ਵਿਜੀਲੈਂਸ ਵੀ ਇਸ ਗੱਲ ਨੂੰ ਲੈ ਕੇ ਐਕਟਿਵ ਹੋ ਗਈ ਹੈ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਕਿਸ ਦੇ ਕਹਿਣ ਦੇ ਉੱਤੇ 2 ਸਪੋਰਟ ਗੱਡੀਆਂ ਦਿੱਤੀਆਂ ਸੀ, ਕਮਾਂਡੋ ਦਿੱਤੇ ਸੀਗੇ, ਔਰ ਇਸੇ ਲਈ ਵਿਜੀਲੈਂਸ ਦੇ ਵੱਲੋਂ ਬਕਾਇਦਾ ਤੌਰ ਤੇ ਇੱਕ ਚਿੱਠੀ ਜਿਹੜੀ ਹੈ ਉਹ ਡੀਜੀਪੀ ਪੰਜਾਬ ਅਤੇ ਏਡੀਜੀਪੀ ਸਿਕਿਉਰਿਟੀ ਨੂੰ ਲਿਖੀ ਹੈ ਕਿ ਇਹ ਜਾਣਕਾਰੀ ਦਿੱਤੀ ਜਾਵੇ ਕਿ ਕਿਸ ਦੇ ਕਹਿਣ ਤੇ ਇਹ ਜਿਹੜੀ ਵੀਵੀਆਈਪੀ ਸਿਕਿਉਰਿਟੀ ਜਿਹੜੀ ਹੈ ਉਹ ਹਨੀ ਨੂੰ ਦਿੱਤੀ ਗਈ ਸੀ, ਔਰ ਇਸ ਦਾ ਆਧਾਰ ਕੀ ਸੀ, ਇਸ ਦੇ ਕਾਰਨ ਕੀ ਸੀਗੇ, ਔਰ ਇਸ ਗੱਲ ਨੂੰ ਲੈ ਕੇ ਇਸ ਵੇਲੇ ਵਿਜੀਲੈਂਸ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ तमाम ਜਾਣਕਾਰੀ ਦੇਣ ਲਈ। ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀਆਂ ਹੋਰ ਮੁਸ਼ਕਲਾਂ ਆਉਣ ਵਾਲੇ ਦਿਨਾਂ 'ਚ ਵੱਧ ਸਕਦੀਆਂ ਨੇ। ਭਾਂਜੇ ਨੂੰ ਦਿੱਤੀ ਸਿਕਿਉਰਿਟੀ ਬਾਰੇ ਵਿਜੀਲੈਂਸ ਨੇ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਨਾਲੇ ਕਿਸ ਦੇ ਆਦੇਸ਼ ਤੇ ਭੁਪਿੰਦਰ ਸਿੰਘ ਹਾਨੀ ਨੂੰ ਕਮਾਂਡੋ ਅਤੇ ਐਸਕॉर्ट ਗੱਡੀਆਂ ਦਿੱਤੀਆਂ ਗਈਆਂ ਸੀਗੀਆਂ, ਇਸ ਦੀ ਪੂਰੀ ਜਾਂਚ ਕੀਤੀ ਜਾਣੀ ਹੈ। ਇਸ ਬਾਬਤ ਜੋ ਸਾਰੇ ਰਿਕਾਰਡਸ ਮੰਗ ਲਏ ਗਏ ਨੇ, ਪਿਛਲੀ ਸਰਕਾਰ 'ਚ ਚੰਨੀ ਨੇ ਭਾਂਜੇ ਨੂੰ ਦਿੱਤੀ ਹੋਈ ਸੀਗੀ ਵੀਆਈਪੀ ਸਿਕਿਉਰਿਟੀ। ਰੁਕਾਂਗੇ ਅਗਲੀ ਖਬਰ ਦਾ। ਕੈਨੇਡਾ 'ਚ ਇੰਦਰਾ ਗਾਂਧੀ ਦੇ ਕਤਲ ਦੀ ਝਾਂਕੀ ਨਿਕਲੀ ਹੈ। ਦੱਸ ਦਈਏ ਕਿ ਬ੍ਰੈਂਪਟਨ ਸ਼ਹਿਰ 'ਚ ਕੱਢੀ ਗਈ ਹੈ ਵਿਵਾਦਿਤ ਝਾਂਕੀ। ਇੰਦਰਾ ਗਾਂਧੀ ਨੂੰ ਗੋਲੀਆਂ ਮਾਰਦੇ ਸਿੱਖ ਬਾਡੀਗਾਰਡਸ ਵਿਖਾਏ ਗਏ ਨੇ। ਇਸ ਝਾਂਕੀ 'ਚ ਤਸਵੀਰਾਂ ਸਾਹਮਣੇ ਆਈਆਂ ਨੇ। ਝਾਂਕੀ 'ਚ ਆਪਰੇਸ਼ਨ ਬਲੂ ਸਟਾਰ ਅਤੇ 84 ਦੰਗਿਆਂ ਦੇ ਪੋਸਟਰ ਵੀ ਲਗਾਏ ਗਏ ਸਨ। ਦੱਸ ਦਈਏ ਕਿ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ 4 ਜੂਨ ਨੂੰ ਕੱਢਿਆ ਗਿਆ ਸੀਗਾ ਪਰੇਡ ਮਾਰਚ ਦੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਕਾਬਲੇ ਗੌਰ ਹੈ ਕਿ ਆਪਰੇਸ਼ਨ ਬਲੂ ਸਟਾਰ ਦੀ ਜੋ ਬਰਸੀ ਸੀਗੀ ਹੁਣ ਹੀ ਲੰਘ ਕੇ ਗਈ ਹੈ ਤੇ ਬ੍ਰੈਂਪਟਨ 'ਚ ਆ ਜੋ ਝਾਂਕੀ ਲੰਗੀ ਗਈ ਸੀਗੀ ਤੇ ਝਾਂਕੀ 'ਚ ਇੰਦਰਾ ਗਾਂਧੀ ਤਤਕਾਲੀ ਪੀਐਮ ਨਜ਼ਰ ਆ ਰਹੇ ਨੇ। ਉੱਥੇ ਹੀ ਝਾਂਕੀ ਕੱਢੀ ਗਈ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ 2 ਸਿੱਖ ਬਾਡੀਗਾਰਡਸ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਤਤਕਾਲੀ ਪੀਐਮ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਕੀਤਾ ਗਿਆ ਸੀਗਾ। ਕਾਬਲੇ ਗੌਰ ਹੈ ਕਿ ਇੰਦਰਾ ਗਾਂਧੀ ਦੇ ਹੀ ਹੁਕਮਾਂ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦਿੱਤਾ ਗਿਆ ਸੀਗਾ। ਦੱਸਦੇ ਕਿ ਮੇਜਰ ਜਨਰਲ ਕੁਲਦੀਪ ਬਰਾੜ ਦੀ ਅਗਵਾਈ 'ਚ ਪੂਰਾ ਆਪਰੇਸ਼ਨ ਹੋਇਆ ਸੀਗਾ, ਜਿਸ ਤੋਂ ਬਾਅਦ ਸਿੱਖ ਭਾਈਚਾਰੇ 'ਚ ਹੁਣ ਤੱਕ ਵੀ ਇਸ ਦਾ ਕਰੜਾ ਜੋ ਹੈ ਰੋਸ ਪਾਇਆ ਜਾਂਦਾ ਹੈ। ਤੇ ਤਸਵੀਰਾਂ ਨੇ ਬ੍ਰੈਂਪਟਨ ਤੋਂ ਸਾਹਮਣੇ ਆਈਆਂ ਨੇ। ਵੇਖਿਆ ਜਾ ਸਕਦਾ ਹੈ ਬ੍ਰੈਂਪਟਨ ਦੀਆਂ ਤਸਵੀਰਾਂ ਨੇ। ਇੱਕ ਪਰੇਡ ਮਾਰਚ ਕੱਢਿਆ ਜਾ ਰਿਹਾ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਨੂੰ ਲੈ ਕੇ 4 ਜੂਨ ਨੂੰ ਆ ਪਰੇਡ ਮਾਰਚ ਕੱਢਿਆ ਗਿਆ ਤੇ ਝਾਂਕੀ ਨਜ਼ਰ ਆ ਰਹੀ ਉੱਥੇ ਤਤਕਾਲੀ ਪੀਐਮ ਇੰਦਰਾ ਗਾਂਧੀ ਦੀ ਵਿਵਾਦਿਤ ਝਾਂਕੀ ਕੱਢੀ ਗਈ ਹੈ। ਤਸਵੀਰਾਂ ਵੇਖੀਆਂ ਜਾ ਸਕਦੀਆਂ ਨੇ ਤੇ ਵਿਵਾਦਿਤ ਝਾਂਕੀ ਕੱਢੀ ਗਈ ਹੈ। 2 ਸਿੱਖ ਬਾਡੀਗਾਰਡਸ ਨਜ਼ਰ ਆ ਰਹੇ ਨੇ। ਉੱਥੇ ਹੀ ਗੋਲੀਆਂ ਵਰਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਤੇ ਵਿਵਾਦਿਤ ਝਾਂਕੀ ਕੈਨੇਡਾ ਦੇ ਬ੍ਰੈਂਪਟਨ 'ਚ ਕੱਢੀ ਗਈ ਹੈ। ਕਾਬਲੇ ਗੌਰ ਹੈ ਕਿ 31 ਅਕਤੂਬਰ 1984 ਨੂੰ ਤਤਕਾਲੀ ਪੀਐਮ ਇੰਦਰਾ ਗਾਂਧੀ ਦਾ ਜੋ ਹੈ ਅਸੈਸੀਨੇਸ਼ਨ ਕੀਤਾ ਗਿਆ ਸੀਗਾ ਉਹਨਾਂ ਦੇ ਸਿੱਖ ਬਾਡੀਗਾਰਡਸ ਦੇ ਵੱਲੋਂ ਤੇ ਵਿਵਾਦਿਤ ਝਾਂਕੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਕੈਨੇਡਾ ਦੀਆਂ ਤਸਵੀਰਾਂ ਨੇ। 4 ਜੂਨ ਨੂੰ ਜੋ ਹੈ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਆ ਜੋ ਪਰੇਡ ਮਾਰਚ ਕੱਢੀ ਗਈ ਹੈ ਤੇ ਸਾਡੇ ਨਾਲ ਨਿਊਜ਼ 18 ਤੇ ਗੁਰਚਰਨ ਸਿੰਘ ਗਰੇਵਾਲ ਜੁੜੇ ਹੋਏ ਨੇ, ਐਸਜੀਪੀਸੀ ਦੇ ਜਨਰਲ ਸਕੱਤਰ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ। ਕੈਨੇਡਾ ਦੇ ਬ੍ਰੈਂਪਟਨ 'ਚ ਇੱਕ 4 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਨੂੰ ਲੈ ਕੇ ਵਿਵਾਦਿਤ ਝਾਂਕੀ ਕੱਢੀ ਗਈ ਹੈ। ਉਹ 'ਚ ਵੇਖਿਆ ਜਾ ਸਕਦਾ ਹੈ ਕਿ ਤਤਕਾਲੀ ਪੀਐਮ ਇੰਦਰਾ ਗਾਂਧੀ ਨਜ਼ਰ ਆ ਰਹੇ ਨੇ। ਜੋ ਸਿੱਖ ਬਾਡੀਗਾਰਡਸ ਨੇ ਉਹਨਾਂ ਤੇ ਗੋਲੀਆਂ ਵਰਾਉਂਦੇ ਹੋਏ ਵੇਖੇ ਜਾ ਸਕਦੇ ਨੇ। ਤੁਹਾਡਾ ਪ੍ਰਤੀਕਰਮ ਜਾਣਨਾ ਚਾਹਾਂਗੇ। ਦੇਖੋ ਜੀ, ਜਿਹੜੀ ਚੀਜ਼ ਵਾਪਰੀ ਹੈ ਇਤਿਹਾਸ ਦਾ ਹਿੱਸਾ ਹੈ ਤੇ ਜੇ ਉਹਨੂੰ ਝਾਕੀ ਬਣਾ ਕੇ ਪੇਸ਼ ਕਰ ਦਿੱਤਾ ਤੇ ਮੈਨੂੰ ਤਾਂ ਲੱਗਦਾ ਵੀ ਕੋਈ ਬਹੁਤ ਵੱਡਾ ਗੁਨਾਹ ਨਹੀਂ ਹੈਗਾ। ਜਿਹੜਾ ਕੁਝ ਅੱਜ ਤੋਂ 39 ਸਾਲ ਪਹਿਲਾਂ ਇੱਥੇ ਇਸ ਧਰਤੀ ਤੇ ਵਾਪਰਿਆ 6 ਜੂਨ ਦਾ ਜਿਹੜਾ ਸਾਕਾ ਵਾ ਉਹ ਇੱਕ ਐਡਾ ਵੱਡਾ ਨਸੂਰ ਜਿਹੜਾ ਸਿੱਖਾਂ ਦੇ ਦਿਲਾਂ ਤੇ ਆ, ਜਿਹੜਾ ਭੁਲਾਇਆ ਵੀ ਭੁੱਲਿਆ ਨਹੀਂ ਜਾ ਸਕਦਾ। ਹਾਲੇ ਤਾਂ ਅਸੀਂ ਕੱਲ ਹੀ ਪਰਸੋਂ ਹੀ ਦਰਸ਼ਨ ਕਰਕੇ ਹਟੇ ਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਦੇ ਸੀਨੇ ਵਿੱਚ ਦੀ ਗੋਲੀ ਨਿਕਲੀ। ਇਹ ਚੀਜ਼ਾਂ ਸਿੱਖਾਂ ਵਾਸਤੇ ਬਰਦਾਸ਼ਤ ਕਰਨ ਤੋਂ ਬਾਹਰ ਨੇ। ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ, ਦਰਬਾਰ ਸਾਹਿਬ ਦੇ ਸੀਨੇ ਵਿੱਚ ਗੋਲੀਆਂ ਮਾਰੀਆਂ ਗਈਆਂ। ਕਿੰਨੇ ਸੈਂਕੜੇ ਜਿਹੜੇ ਸ਼ਰਧਾਲੂ ਸੀ ਗੁਰੂ ਦੇ ਪਿਆਰ ਵਾਲੇ, ਉਹਨਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਏ ਗਏ। ਤੇ ਜਿਨ੍ਹਾਂ ਨੇ ਹੁਕਮ ਕੀਤਾ, ਜਿਨ੍ਹਾਂ ਨੇ ਕੋਈ ਪਰਦੇ 'ਚ ਗੱਲ ਨਹੀਂ ਕੀਤੀ, ਹੁਕਮ ਕੀਤਾ ਤੇ ਉਹਨਾਂ ਦੇ ਜਿਹੜਾ ਇਤਿਹਾਸ ਨੇ ਆਪਣਾ ਇਤਿਹਾਸ ਨੇ ਆਪਣਾ ਆਪ ਨੂੰ ਦੁਹਰਾਇਆ। ਇਹ ਸਿੱਖਾਂ ਦਾ ਇੱਕ ਇਤਿਹਾਸ ਹੈ ਵੀ ਜਦੋਂ ਵੀ ਕੋਈ ਹਮਲਾ ਕਰਦਾ ਦਰਬਾਰ ਸਾਹਿਬ ਤੇ ਤਾਂ ਉਹ ਕੁਝ ਦਿਨਾਂ ਦੀ ਇੱਕ ਪੈਮਾਨਾ ਵਾ, ਉਸ ਦਿਨਾਂ ਦੇ ਅੰਦਰ ਉਹ ਮਾਰਿਆ ਜਾਂਦਾ। ਦੇਖੋ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹੁੰਦਾ, ਇਹ ਸਮਝਣੀ ਵੀ ਚਾਹੀਦੀ ਹੈ ਕਿ ਜਿਹੜੇ ਸਰਦਾਰ ਬੇਅੰਤ ਸਿੰਘ ਜਾਂ ਸਤਵੰਤ ਸਿੰਘ ਸੀਗੇ, ਉਹ ਕਿਸੇ ਵੀ ਸੰਤ ਭੰਡਰਾਣਾ ਦੇ ਚੇਲੇ ਨਹੀਂ ਸੀ ਜਾਂ ਕਿਸੇ ਜਥੇਬੰਦੀ ਦੇ ਨਹੀਂ ਸੀ। ਉਹ ਤਾਂ ਇੱਕ ਸਿੱਖ ਸੀ, ਸਿੱਖ ਦੇ ਮਨ ਦੀ ਇੱਕ ਵੇਦਨਾ ਸੀ ਜਿਹੜੀ ਕਿ ਇਹ ਸਾਰਾ ਕੁਝ ਵਾਪਰਿਆ। ਇਸ ਕਰਕੇ ਜੇ ਇਤਿਹਾਸ ਦਾ ਪੰਨੇ 'ਚ ਲਿਖੀ ਹੋਈ ਗੱਲ ਹੈ ਤੇ ਉਹਨੂੰ ਕਿਸੇ ਨੇ ਝਾਕੀ ਦੇ ਵਿੱਚ ਤਬਦੀਲ ਕਰ ਦਿੱਤੀ, ਮੈਨੂੰ ਲੱਗਦਾ ਕਿ ਇਹਨੂੰ ਵਿਵਾਦਤ ਕਹਿਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਤੇ ਅੱਜ ਝਾਂਕੀ ਕੱਢੀ ਗਈ ਹੈ ਵਿਵਾਦਿਤ ਝਾਂਕੀ, ਇਹਨੂੰ ਤੁਸੀਂ ਜਾਇਜ਼ ਮੰਨਦੇ ਹੋ? ਮੈਂ ਤਾਂ ਫਿਰ ਕਿਹਾ ਜੀ, ਇਤਿਹਾਸ ਦੇ ਵਿੱਚ ਕੋਈ ਵੀ ਘਟਨਾ ਹੈ, ਮੰਨ ਲਓ ਜਨਰਲ ਡਾਇਰ ਜਿਹੜਾ
ਉਹ ਆਰਡਰ ਦੇ ਰਿਹਾ ਜਲਿਆਂਵਾਲੇ ਬਾਗ ਦੇ ਵਿੱਚ, ਤੇ ਉਹਦੀ ਤਸਵੀਰਾਂ ਅਸੀਂ ਲਾਉਂਦੇ ਆ, ਉਹਦੀਆਂ ਅਸੀਂ ਪੋਸਟਰ ਬਣਾ ਕੇ ਲਾਉਂਦੇ ਆ ਕਿ ਜਨਰਲ ਡਾਇਰ ਨੇ ਉਂਗਲ ਖੜੀ ਕਰਕੇ ਕਿਹਾ ਵੀ ਇਹਨਾਂ ਨੂੰ ਵੀ ਗੋਲੀ ਚਲਾਉਣ ਦਾ ਆਰਡਰ ਦਿੱਤਾ ਜਾਵੇ। ਹੋਰ ਵੀ ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਇਤਿਹਾਸ ਦਾ ਜਿਹੜੇ ਇਬਾਰਤ ਲਿਖੀ ਹੁੰਦੀ ਆ ਉਹਨੂੰ ਅਸੀਂ ਤਸਵੀਰ ਦੇ ਵਿੱਚ ਪੇਸ਼ ਕਰਦੇ ਹਾਂ। ਉਹ ਇੱਕ ਤਸਵੀਰ ਆ, ਜਿਹੜੀ ਤਸਵੀਰ ਨੂੰ ਦੁਨੀਆ ਨੇ ਦੇਖਿਆ, ਇਸ ਨੂੰ ਮੈਨੂੰ ਲੱਗਦਾ ਕੋਈ ਇਤਰਾਜ਼ਯੋਗ ਗੱਲ ਕਰਨੀ ਮੇਰੇ ਹਿਸਾਬ ਨਾਲ ਕੋਈ ਐਡੀ ਜ਼ਿਆਦਾ ਮਹੱਤਤਾ ਨਹੀਂ ਰੱਖਦੀ। ਜੀ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਜੀ, ਤੁਸੀਂ ਨਿਊਜ਼ 18 ਨਾਲ ਜੁੜੇ। ਤੇ ਦੱਸ ਦੇ ਕਿ ਕੈਨੇਡਾ ਤੋਂ ਖਬਰ ਹੈ ਜਿੱਥੇ ਕਿ ਇੰਦਰਾ ਗਾਂਧੀ ਦੇ ਕਤਲ ਦੀ ਜੋ ਵਿਵਾਦਿਤ ਝਾਂਕੀ ਕੱਢੀ ਗਈ ਹੈ। ਹਾਲਾਂਕਿ ਗੁਰਚਰਨ ਸਿੰਘ ਗਰੇਵਾਲ ਜੋ SGPC ਜਨਰਲ ਸਕੱਤਰ ਨੇ ਉਹ ਸਾਡੇ ਨਾਲ ਜੁੜੇ ਸੀਗੇ। ਉਹਨਾਂ ਦਾ ਕਹਿਣਾ ਹੈ ਕਿ ਇਸ ਪੂਰੀ ਝਾਂਕੀ ਨੂੰ ਵਿਵਾਦਿਤ ਕਹਿਣਾ, ਉਹ ਕਹਿ ਰਹੇ ਕਿ ਨਹੀਂ ਕਿਹਾ ਜਾ ਸਕਦਾ। ਸਿੱਖਾਂ ਨਾਲ ਜੁੜਿਆ ਪੂਰਾ ਇਤਿਹਾਸ ਹੈ। ਤੇ ਕੈਨੇਡਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ 4 ਜੂਨ ਨੂੰ ਜੋ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਪਰੇਡ ਮਾਰਚ ਕੱਢੀ ਗਈ ਸੀਗੀ ਤੇ ਉੱਥੇ ਵਿਵਾਦਿਤ ਝਾਂਕੀ ਸਾਹਮਣੇ ਆਈ ਹੈ। ਦੇਖਿਆ ਜਾ ਸਕਦਾ ਹੈ ਕਿ ਤਤਕਾਲੀ PM ਇੰਦਰਾ ਗਾਂਧੀ ਦਾ ਬੁੱਤ ਨਜ਼ਰ ਆ ਰਿਹਾ, ਉੱਥੇ ਹੀ ਜੋ ਸਿੱਖ ਬਾਡੀਗਾਰਡਸ ਨੇ ਉਹਨਾਂ ਤੇ ਗੋਲੀਆਂ ਵਰਾਂਦੇ ਹੋਏ ਵੇਖੇ ਜਾ ਸਕਦੇ ਨੇ। ਰੁਕਾਂਗੇ ਅਗਲੀ ਖਬਰ ਦਾ। ਨਵਜੋਤ ਸਿੰਘ ਸਿੱਧੂ ਅਤੇ CM ਮਾਨ ਵਿਚਾਲੇ ਨਿੱਜੀ ਹਮਲਿਆਂ ਦੀ ਲੜਾਈ 'ਚ ਮੈਡਮ ਸਿੱਧੂ ਦੀ ਹੁਣ ਐਂਟਰੀ ਹੋ ਗਈ ਹੈ। CM ਦੇ ਕੋਲ ਕੁਝ ਫੈਕਟਸ ਗਲਤ ਨੇ, ਮੈਡਮ ਸਿੱਧੂ ਨੇ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਸਿੱਧੂ ਦੇ ਪਿਤਾ ਦਾ ਇੱਕੋ ਵਿਆਹ ਹੋਇਆ ਸੀਗਾ। CM ਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਨਿੱਜੀ ਹਮਲੇ ਦਾ ਜਵਾਬ ਦਿੱਤਾ ਸੀਗਾ ਕੱਲ, ਤੇ CM ਨੇ ਕਿਹਾ ਸੀਗਾ ਕਿ ਸਿੱਧੂ ਆਪਣੇ ਪਿਤਾ ਦੀ ਦੂਜੀ ਪਤਨੀ ਦੇ ਔਲਾਦ ਨੇ। ਦਰਅਸਲ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਸੀਗਾ ਜਦੋਂ ਸਿੱਧੂ ਨੇ CM ਦੇ ਦੂਜੇ ਵਿਆਹ ਨੂੰ ਲੈ ਕੇ ਤੰਜ ਕੀਤਾ ਸੀਗਾ ਤੇ ਹੁਣ ਇਸ ਪੂਰੇ ਸ਼ਬਦੀ ਜੰਗ 'ਚ ਮੈਡਮ ਸਿੱਧੂ ਦੀ ਵੀ ਐਂਟਰੀ ਹੋ ਚੁੱਕੀ ਹੈ। ਉੱਥੇ ਹੀ ਮੈਡਮ ਸਿੱਧੂ ਦਾ ਕਹਿਣਾ ਹੈ ਕਿ CM ਦੇ ਕੋਲ ਕੁਝ ਫੈਕਟਸ ਨੇ ਉਹ ਗਲਤ ਨੇ, ਸਿੱਧੂ ਦੇ ਪਿਤਾ ਦਾ ਇੱਕੋ ਹੀ ਵਿਆਹ ਹੋਇਆ ਸੀ। ਉੱਥੇ ਹੀ ਮੈਡਮ ਨਵਜੋਤ ਕੌਰ ਸਿੱਧੂ ਨੇ ਟਵੀਟ ਕੀਤਾ ਹੈ ਇਸ ਬਾਬਤ। ਉਹਨਾਂ ਨੇ ਲਿਖਿਆ ਹੈ ਕਿ CM ਭਗਵੰਤ ਮਾਨ ਜੀ, ਮੈਨੂੰ ਨਹੀਂ ਲੱਗਦਾ ਕਿ ਨਵਜੋਤ ਨੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਗੰਭੀਰਤਾ ਨਾਲ ਟਿੱਪਣੀ ਕੀਤੀ ਹੈ ਕਿਉਂਕਿ ਸਾਨੂੰ ਇਸ ਬਾਰੇ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ, ਪਰ ਤੁਸੀਂ ਕੁਝ ਤੱਥ ਗਲਤ ਕਹੇ ਹਨ। ਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਦਾ ਸਿਰਫ ਇੱਕ ਹੀ ਵਿਆਹ ਹੋਇਆ ਸੀਗਾ ਤੇ ਮੈਡਮ ਸਿੱਧੂ ਨੇ ਟਵੀਟ ਕੀਤਾ ਹੈ। ਹੁਣ ਤੁਹਾਨੂੰ ਉਹ ਬਿਆਨਬਾਜ਼ੀ ਵੀ ਸੁਣਾਉਂਦੇ ਹਾਂ ਜੋ ਸ਼ੁਰੂ ਸਿੱਧੂ ਨੇ ਕੀਤੀ ਹੈ ਅਤੇ ਜਵਾਬ 'ਚ CM ਮਾਨ ਨੇ ਵੀ ਨਿੱਜੀ ਹਮਲੇ ਕੀਤੇ। ਤੇ ਅੱਜ ਇਹ ਮਜਨੂ ਮਾਨ ਬਦਲਾਵ ਕਰਨ ਚੱਲਿਆ ਸੀਗਾ, ਸਵਾਏ ਘਰ ਵਾਲੀ ਦੇ ਬਦਲਿਆ ਕੀ ਇਹਨੇ? ਇਹਦਾ ਨਾਂ ਰੱਖਿਆ ਮਜਨੂ ਮਾਨ। ਡਿੱਗਿਆ ਇਹ ਜੀ ਥਾਂ ਦੇ ਉੱਤੇ ਆ, ਸਾਡੇ ਕ੍ਰਿਕਟ 'ਚ ਹੁੰਦਾ ਉਹਦੀ GTU, ਉਹਦਾ ਮਤਲਬ ਗਿਰਿਆ ਤਾਂ ਵੀ ਟੰਗ ਉੱਤੇ। ਇਹ ਉਹੀ GTU ਆ ਅੱਜ। ਆਪਦੇ ਵੀ ਭਗਵੰਤ ਮਾਨ ਨੇ ਉਹ ਬੋਲਦਾ ਸੀ, ਉਹ ਜਿਹੜਾ ਜਿਹਦੀ ਸੋਚ ਨਹੀਂ ਹੈਗੀ ਬੰਦ ਕਰਨ ਵਾਲੀ, ਨਵਜੋਤ ਸਿੱਧੂ, ਵਿਆਹਾਂ ਸ਼ਾਦੀਆਂ 'ਚ ਲੈਣ ਦੇਣ ਵਾਲੇ ਸੂਟ ਵਰਗਾ ਉਹ, ਨਾ ਉਹਨੂੰ ਕੋਈ ਖੋਲੇ ਨਾ ਸਮਾਵੇ, ਐਂ ਤਾਂ ਗਾਹਾਂ ਦੀ ਗਾਹਾਂ ਭੇਜੀ ਜਾਂਦੇ ਰਹਿੰਦੇ ਉਹਨੂੰ। ਕਾਂਗਰਸ ਨੇ ਖੋਲ ਲਿਆ, ਹੁਣ ਲਿਫਾਫੇ 'ਚ ਨਹੀਂ ਪੈਂਦਾ। ਉਹ ਬੋਲ ਰਿਹਾ ਸੀ ਜੀ, ਬੜੇ ਵੱਡੇ ਵੱਡੇ ਸਕੂਲਾਂ 'ਚ ਪੜ੍ਹੇ ਹੋਏ ਨੇ ਜੀ, ਅਸੀਂ ਤਾਂ ਸਰਕਾਰੀ ਵਾਲੇ ਆ। ਉਹ ਕੀ ਬੋਲ ਰਿਹਾ ਸੀ? ਮੈਂ ਤਾਂ ਫਿਰ ਜਵਾਬ ਏਦਾਂ ਹੀ ਦਿਉ ਉਹਨਾਂ ਦੀ ਭਾਸ਼ਾ 'ਚ। ਉਹ ਕੀ ਕਹਿੰਦਾ ਸੀ? ਭਗਵੰਤ ਮਾਨ ਨੇ ਬਦਲਾ ਲਿਆਉਣਾ ਸੀ, 1.25 ਸਾਲ ਹੋ ਗਿਆ। ਭਗਵੰਤ ਮਾਨ ਨਾਲ ਕੀ ਬਦਲਾ ਲਿਆਂਦਾ ਹੈ? ਸਿਰਫ ਪਤਨੀ ਬਦਲੀ ਹੈ ਆ ਕਿਹਾ ਸੀ ਨਾ। ਤੇ ਮੈਂ ਸਿੱਧੂ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, ਯਾਦਦਾਸ਼ਤ ਕਮਜ਼ੋਰ ਹੋਣੀ, ਤੁਸੀਂ ਵੀ ਦੂਜੀ ਪਤਨੀ ਦੇ ਬੇਟੇ ਹੋ। ਜੇ ਤੁਹਾਡਾ ਬਾਪੂ ਤੁਹਾਡੇ ਘਰੇ ਬਦਲਾਅ ਨਾ ਲਿਆਉਂਦਾ ਤੁਸੀਂ ਦੁਨੀਆ ਤੇ ਨਹੀਂ ਆਉਣਾ ਸੀ। ਆ ਜਾਓ। ਔਰ ਜਿਹਨੂੰ ਸੁਣਾ ਰਿਹਾ ਸੀ, ਜਿਹਦੇ ਨਾਲ ਹਮਦਰਦੀ ਕਰਨ ਗਿਆ ਸੀ, ਉਹ ਬੈਠਾ ਸੀ ਹਮਦਰਦ, ਉਹਦੇ ਬਾਪੂ ਦੇ ਵੀ 2 ਨੇ। ਆਪਦੀ ਸਟੈਨੋ ਨਾਲ ਹੀ ਵਿਆਹ ਕਰਾ ਲਿਆ ਸੀ। ਚਲੋ ਆ ਜਾਓ ਫਿਰ, ਜੇ ਇਸ ਪਿੱਚ ਤੇ ਖੇਡਣਾ ਇਸ ਪਿੱਚ ਤੇ ਆ ਜਾਂਦੇ ਆ। ਇਹ ਕੋਈ ਗੱਲਾਂ ਮੁੱਦੇ ਨੇ ਜੀ?
ਉੱਥੇ ਨਿੱਜੀ ਹਮਲਿਆਂ ਵਿਚਾਲੇ ਕਾਂਗਰਸ ਸਾਂਸਦ ਰਵਨੀਤ ਬਿੱਟੂ ਨੇ ਟਵੀਟ ਕੀਤਾ ਔਰ ਲਿਖਿਆ ਹੋਇਆ ਹੈ ਕਿ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਮੌਕਾ ਹੈ ਕਿ ਪਰਿਵਾਰਾਂ ਨੂੰ ਲੈ ਕੇ ਚਿੱਕੜ ਉਛਾਲਣਾ ਬੰਦ ਕਰੀਏ ਤੇ ਪੰਜਾਬ ਦੀ ਤਰੱਕੀ ਸਾਡੀ ਤਰਜੀਹ ਹੋਵੇ। ਪੰਜਾਬ ਦੀ ਤਰੱਕੀ, ਖੁਸ਼ਹਾਲੀ ਤੇ ਉન્નਤੀ ਸਾਡੇ ਬਿਆਨਾਂ ਤੋਂ ਝਲਕਦੀ ਚਾਹੀਦੀ ਹੈ। ਸਿਆਸਤ ਦਾ ਪੱਧਰ ਨੀਵਾ ਕਰਨ ਦੀ ਥਾਂ ਉੱਚਾ ਚੁੱਕਣ 'ਚ ਯੋਗਦਾਨ ਦੇਈਏ ਤੇ ਆ ਟਵੀਟ ਕੀਤਾ ਗਿਆ ਹੈ ਕਾਂਗਰਸ ਦੇ MP ਰਵਨੀਤ ਸਿੰਘ ਬਿੱਟੂ ਦੇ ਵੱਲੋਂ। ट्वीट किया गया है रवनीत सिंह बिट्टू के वालों। उन्होंने कहा है कि यह मौका है कि परिवारों को लैके चिक्कड़ उछालना बंद करिए कि निजी जो प्राइवेट लाइफ है उन्होंने जो बयानबाजी होती है उन्होंने जिक्र नहीं करना चाहिए। पंजाब की तरक्की, खुशहाली ते उन्नति साडे बयानां चों झलकनी चाहिए है। सियासत का पद्धर नीवा करन दी थां उच्चा करन दा योगदान करें। रुकांगे अगली खबर दा। पंजाब NRI विभाग की अज अहम मीटिंग होने जा रही है। दस कि मंत्री कुलदीप धालीवाल की अगवाई च मीटिंग होएगी। NRI जो विभाग ने उन्होंने जो मंत्री ने कुलदीप धालीवाल उन्होंने अगवाई च मीटिंग रखी गई है। इमीग्रेशन घोटाले का शिकार हुए विद्यार्थियों को लैके विचार किया जाएगा। इस मीटिंग में दस कि मंत्री धालीवाल ने विदेश मंत्री S जयशंकर को इस बाबत चिट्ठी भी लिखी है। पंजाब सने बाकी सूबों के बच्चों की मदद करने की उन्होंने वालों अपील की गई है। काबिले गौर है कि मंत्री धालीवाल ने विदेश मंत्री तो मिलन का समा भी मंगया है। ट्रैवल एजेंट के फर्जीवाड़े करके करीब 700 स्टूडेंट्स से मंडरा रहा है। कैनेडा तो डिपोर्ट होने का खतरा तो एक हफ्ते तो वध का समा हो गया है, जदों कि जो स्टूडेंट्स के वालों प्रदर्शन किया जा रहा है। हालांकि नोटिस जारी उन्होंने कर दिता गया है डिपोर्ट होने का। तो इस बाबत दस दें कि 2017 तो लैके 2019 तक जिन्हें भी स्टूडेंट्स जो ने स्टडी वीज़ा ते बाहर गए थे ते जलंधर के जो एजेंट्स के वालों धोखाधड़ी का जो पूरा मामला सामने आया सीगा। ते हुण जदों उन्होंने 4 साल की पढ़ाई तो बाद अपनी जो है रेजिडेंसी उत्थे अप्लाई की ते आ गल सामने आई कि जो एजेंट के वालों फेक डॉक्यूमेंट्स के हिसाब से इन्होंने भेजा गया सीगा। ते हुण एक्शन लेंदे हुए जो कैनेडा सरकार ने उन्होंने डेपोर्ट दे जो डेपोटेशन दे ने पूरे जो ऑर्डर्स जारी कर दिए गए हैं, जिसनों लैके हुण जो 700 तो भी ज़्यादा स्टूडेंट्स से डेपोटेशन का खतरा मंडरा रहा है। एक हफ्ते तो वध का समा हो चुका है। तस्वीरां तुहानूं विखा रहे हैं जो स्टूडेंट्स ने वो धरने प्रदर्शन से बैठे हुए हैं। उत्थे ही जो कुलदीप धालीवाल ने उन्होंने वालों भी विदेश मंत्री जयशंकर तो समा मंगया गया है गलबात करन दा। इस तो पहला हरसिमरत कौर बादल के वालों भी जो है गलबात की जा चुकी है जयशंकर। इमीग्रेशन वाले ਜਿਹੜੇ गैर कानूनी काम कर सारिया इमीग्रेशन एजेंसियां माड़ियां नहीं। बहुत लोग ਜਿਹੜੇ ਇਸ ਨਾਂ ਦੇ ਉੱਤੇ ਝੋਲਾ ਛਾਪ ट्रैवल एजेंट ਜਿਹੜੇ ਆ ਉਹ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਆ, ਐਡਵਰਟਾਈਜ਼ਮੈਂਟ ਕਰਦੇ, ਕਈ ਕੁਝ ਕਰਦੇ, ਉਹ ਲੋਕਾਂ ਨੂੰ ਗੁੰਮਰਾਹ ਕਰਦੇ। ਇਹਨਾਂ ਦਾ ਇੱਕ ਪੂਰਾ ਨੈਟਵਰਕ ਹੈ ਸਰ, ਕੈਨੇਡਾ ਤੋਂ ਲੈ ਕੇ ਦਿੱਲੀ, ਬੰਬੇ, ਚੰਡੀਗੜ੍ਹ, ਪਿੰਡਾਂ ਤੱਕ। ਉਹ ਜਦੋਂ ਬੰਦੇ ਨਾਲ ਗੱਲ ਕਰਦੇ ਸਿੱਧੀ ਪਹਿਲਾਂ ਕੈਨੇਡਾ 'ਚ ਕਰਾਉਂਦੇ ਆ ਦੇਖੋ ਜੀ ਸਾਡਾ ਉੱਥੇ ਦਫ਼ਤਰ ਆ ਜਿੱਦਾਂ ਲੋਕ ਵਿਚਾਰੇ ਇਹ ਜਾਲ 'ਚ ਫਸ ਜਾਂਦੇ। ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਇਮੀਗ੍ਰੇਸ਼ਨ ਕਾਨੂੰਨ ਹੈ ਇਹ ਵੀ ਸਖਤ ਹੋਣਾ ਚਾਹੀਦਾ। ਕੱਲ ਔਰ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਹੂੰਗਾ, ਭਗਵੰਤ ਮਾਨ ਜੀ ਨੂੰ ਕੱਲ ਬੇਨਤੀ ਕਰਾਂ ਇੱਕ ਕਾਨੂੰਨ ਬਣਾਇਆ ਜਾਵੇ, ਸਖਤ ਬਣਾਇਆ ਜਾਵੇ। ਔਰ ਜੇ ਕਾਨੂੰਨ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਬਣਨਾ ਤੇ ਸਾਡੇ ਲੋਕ ਸਭਾ ਦੇ ਵਿੱਚ ਹੁਣੇ ਰਿੰਕੂ ਜੀ ਮਤਲਬ ਜਿੱਤ ਕੇ ਗਏ ਔਰ ਸਾਡੇ ਰਾਜ ਸਭਾ ਦੇ ਵਿੱਚ ਬੜੇ ਸਿਆਣੇ ਮੈਂਬਰ ਨੇ, 10 ਮੈਂਬਰ ਨੇ ਸਾਡੇ, ਮਤਲਬ ਰਾਘਵ ਚੱਡਾ ਜੀ ਪੰਜਾਬ ਦੀ ਨੁਮਾਇੰਦਗੀ ਕਰਦੇ ਆ, ਡਾਕਟਰ ਸੰਦੀਪ ਪਾਠਕ ਜੀ ਕਰਦੇ, ਸਾਰੇ ਬਹੁਤ ਪੜ੍ਹੇ ਲਿਖੇ ਆ, ਸੰਜੇ ਸਿੰਘ ਹੋਣੀ ਆ। ਮੇਰੀ ਇਹਨਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸਰਕਾਰ ਦੇ ਉੱਤੇ ਮਤਲਬ ਸਰਕਾਰ ਨਾਲ ਗੱਲ ਕਰਕੇ ਇੱਦਾਂ ਦਾ ਇੱਕ ਕਾਨੂੰਨ ਬਣਵਾਓ ਜਿਹਦੇ ਨਾਲ ਜਿਹੜਾ ਕੋਈ ਬੰਦਾ ਇਮੀਗ੍ਰੇਸ਼ਨ ਦੇ ਨਾਂ ਤੇ ਲੋਕਾਂ ਦਾ ਠੱਗੀ ਨਾ ਮਾਰ ਸਕੇ। ਵੱਡੇ ਇਮੀਗ੍ਰੇਸ਼ਨ ਘੁਟਾਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਮੀਗ੍ਰੇਸ਼ਨ ਦੇ ਨਾਂ ਤੇ ਠੱਗੀ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਕਾਬਿਲੇ ਗੌਰ ਹੈ ਕਿ ਚੰਡੀਗੜ੍ਹ ਪੁਲਿਸ ਨੇ ਇਹਨਾਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਵਿਦੇਸ਼ ਭੇਜਣ ਦੇ ਨਾਂ ਦਾ ਝਾਂਸਾ ਦੇ ਕੇ ਕਰੋੜਾਂ ਦੀ ਠੱਗੀ ਇਹਨਾਂ ਮੁਲਜ਼ਮਾਂ ਦੇ ਵੱਲੋਂ ਮਾਰੀ ਗਈ ਹੈ। 15 ਲੋਕਾਂ ਤੋਂ ਤਕਰੀਬਨ 2 ਕਰੋੜ 27 ਲੱਖ ਰੁਪਏ ਇਹਨਾਂ ਮੁਲਜ਼ਮਾਂ ਦੇ ਕੋਲੋਂ ਠੱਗੇ ਗਏ ਨੇ। ਦੱਸ ਦੇ ਕਿ ਜਲੰਧਰ ਦੇ ਰਹਿਣ ਵਾਲੇ ਨੇ ਦੋਵੇਂ ਹੀ ਮਾਸਟਰਮਾਈਂਡ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਇਹਨਾਂ ਦੇ ਵੱਲੋਂ ਨੈਕਸਸ ਆਪਣਾ ਚਲਾਇਆ ਜਾ ਰਿਹਾ ਸੀਗਾ। ਮੁਲਜ਼ਮ ਆਨਲਾਈਨ ਸੱਟੇਬਾਜ਼ੀ 'ਚ ਲਗਾਉਂਦੇ ਸੀਗੇ ਠੱਗੀ ਦਾ ਪੈਸਾ ਤੇ ਇਮੀਗ੍ਰੇਸ਼ਨ ਦੇ ਨਾਂ ਤੇ ਠੱਗੀ ਕਰਨ ਵਾਲੇ 2 ਮੁਲਜ਼ਮਾਂ ਨੂੰ ਚੰਡੀਗੜ੍ਹ ਪੁਲਿਸ ਨੇ ਕਾਬੂ ਕੀਤਾ ਹੈ। ਤਾਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਕਿ ਵਿਦੇਸ਼ ਭੇਜਣ ਦੇ ਨਾਂ ਦਾ ਝਾਂਸਾ ਦੇ ਕੇ ਲੋਕਾਂ ਦੇ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਹੁਣ ਪੁਲਿਸ ਦੇ ਹੱਥੇ ਚੜ ਗਏ ਨੇ ਆ ਦੋਨੋਂ ਹੀ ਮੁਲਜ਼ਮ।
भूपिंदर सिंह रेजिडेंट ऑफ मोगा। तो इन्होंने ये एक एएस इमिग्रेशन कंसल्टेंट इनसे कांटेक्ट किया था क्योंकि इनकी जो डॉटर है उनको अब्रॉड जाना था। तो इन्होंने फेसबुक पे ये ऐड देखी थी एएस इमिग्रेशन कंसल्टेंट। तो उसके बाद फेसबुक पे ऐड देखने के बाद उन्होंने ये इनका जो ऑफिस खोला हुआ था सेक्टर 34 में, वहाँ पे गए इनके पास और उन्होंने फर्स्ट मीटिंग में ही इनसे जो भी ओरिजिनल डॉक्यूमेंट्स है 10th 12th पासपोर्ट वो ले लिया था। तो उसके बाद अलग अलग पर टेक्स्ट पे जैसे जीआईसी फीस या फिर जो भी उनकी वो लेटर ऑफ इंटेंट था उसको एक्सेप्ट करने पे अलग अलग मेडिकल करवाना, तो अलग अलग पर टेक्स्ट पे अराउंड 20 लाख रुपीज़ उन्होंने ले लिए थे। तो उसके बाद जब उन्होंने फाइनली ऑफर लेटर और वीज़ा लेने जाना था उसके बाद उन्होंने देखा कि वो ऑफिस क्लोज था। तो इसके ऊपर हमने एफआईआर करी। तो इसमें बाद में और भी कंप्लेनेंट आए, जो सारी 15 कंप्लेनेंट और हैं जो इस एफआईआर में हमारे अटैच्ड हैं। तो इसमें हमारी टीम हमारे एसएचओ साहब, ये एसआई परमिंदर, तो ये इन्होंने काफ़ी मेहनत करी पिछले 7-8 महीने से, क्योंकि जो ये एएस इमिग्रेशन कंसल्टेंट का मालिक दिखा रहे थे जिससे वो सब मिले थे, तो उसका नाम वो अरविंदर बता रहे थे। तो हम अरविंदर बंदे को ढूंढ रहे थे। तो जो उसका एड्रेस था वो तरन तारन का था, लेकिन उसमें जो भी तरन तारन हमने सब रेड वगैरह करी तो पता चला कि उस शक्ल का कोई भी बंदा वहाँ पे नहीं रह रहा। तो उसके बाद फिर टेक्निकल और ह्यूमन इंटेलिजेंस के बाद हमें पता चला वो बंदे को हम ट्रेस कर पाए जो अरविंदर था, लेकिन फ़ोटो उसकी नहीं थी। तो उसने बताया कि उसने किसी बंदे को अप्रोच किया था क्योंकि उसको खुद अपना वीज़ा लगवाना था, तो उसके डॉक्यूमेंट्स मिसयूज़ हुए हैं। तो उसके बाद फिर ये काफ़ी मेहनत से जलंधर में ये बंदा मिला, कमलजीत एलियास, जो अरविंदर बना हुआ था। मतलब उसने अपने क्लाइंट के डॉक्यूमेंट्स को यूज़ करके ये एएस इमिग्रेशन खोली थी। तो उसके बाद कमलजीत के डिस्क्लोजर पे ये हमने मनदीप कुमार रेजिडेंट ऑफ जलंधर, ये 2 बंदों को अरेस्ट किया है। तो इनका मोडस ऑपरेंडी ये है कि इन्होंने जो इनके पास क्लाइंट्स आते थे उनका आईडी कार्ड वगैरह यूज़ करके इनके पास हमें फोर्स डॉक्यूमेंट मिले हैं, आधार कार्ड, लाइसेंस कार्ड, पैन कार्ड। तो ये कमलजीत ने अरविंदर बन के ही इसका रेंट एग्रीमेंट बनाया, अरविंदर बन के ही उसने बैंक अकाउंट खुलवाए, अरविंदर बन के ही उसने जो भी फ़ोन नंबर वगैरह लेने हैं वो सारे फ़ोन नंबर्स वगैरह उसने लिए। तो इनकी सेटिंग हर जगह पे थी, बैंक्स में भी सेटिंग थी, फ़ोन नंबर भी ये ले पा रहे हैं। उसके बाद इन्होंने रेंट एग्रीमेंट भी किया। तो इन्होंने अराउंड 1 साल यहाँ पे काम किया सेक्टर 34 में। उसके बाद ये पैसे लेके फरार हो गए। ਹੁਣ ਗੱਲ ਕਰਾਂਗੇ ਬਲਵੰਤ ਸਿੰਘ ਰਾਜੋਆਣਾ ਦੀ। ਬਲਵੰਤ ਸਿੰਘ ਰਾਜੋਆਣਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਕਈ ਤਰ੍ਹਾਂ ਦੇ ਸਵਾਲ ਉਹਨਾਂ ਦੇ ਵੱਲੋਂ ਚੁੱਕੇ ਗਏ ਨੇ ਜਥੇਦਾਰ ਤੇ। ਉਹਨਾਂ ਨੇ ਕਿਹਾ ਕਿ ਜੇ ਇਨਸਾਫ ਮੰਗਣਾ ਨਹੀਂ ਤਾਂ ਮੇਰੇ ਲਈ ਪਾਈ ਅਪੀਲ ਵੀ ਵਾਪਸ ਲਵੋ। ਐਸਜੀਪੀਸੀ ਨੂੰ ਆਦੇਸ਼ ਕਰੋ ਕਿ ਮੇਰੇ ਲਈ ਪਾਈ ਅਪੀਲ ਵਾਪਸ ਲਵੇ। ਇਨਸਾਫ ਦੀ ਮੰਗ ਛੱਡ ਕੇ ਹੁਕਮਰਾਨਾਂ ਦੇ ਵਿਆਹਾਂ ਦੇ ਲੱਡੂ ਖਾਓ ਤੇ ਭੰਗੜੇ ਪਾਓ। ਜ਼ੈਡ ਸੁਰੱਖਿਆ ਦਾ ਆਨੰਦ ਮਾਣੋ। ਰਾਜੋਵਾਲ ਦਾ ਕਹਿਣਾ। ਦਰਅਸਲ ਰਾਜੋਆਣਾ ਨੇ ਜਥੇਦਾਰ ਨੂੰ ਸੰਬੋਧਿਤ ਹੁੰਦਿਆਂ ਆਪਣੀ ਭੈਣ ਕਮਲਦੀਪ ਕੌਰ ਜ਼ਰੀਏ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਸੀਗੀ ਤੇ ਉਸ 'ਚ ਆਸਾ ਕੁਝ ਲਿਖਿਆ ਗਿਆ। ਦੱਸਦੇ ਕਿ ਜਥੇਦਾਰ ਨੇ ਕਿਹਾ ਸੀਗਾ ਕਿ ਸਾਨੂੰ ਇਨਸਾਫ ਲਈ ਹੁਕਮਰਾਨਾਂ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ। ਇਸੇ ਬਿਆਨ ਨੂੰ ਆਧਾਰ ਬਣਾ ਕੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਇਹ ਪੋਸਟ ਪਵਾਈ ਗਈ ਹੈ। ਰਾਜੋਆਣਾ ਦੇ ਇਸ ਬਿਆਨ ਨੂੰ ਜਥੇਦਾਰ ਵੱਲੋਂ ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਮੰਗਣੀ ਤੇ ਸਮਾਗਮ 'ਚ ਸ਼ਾਮਲ ਹੋਣ ਵਾਲੇ ਮਸਲੇ ਨਾਲ ਜੋੜਿਆ ਜਾ ਰਿਹਾ ਹੈ। ਇਹ ਨਹੀਂ ਹੈ ਕਿ ਸਾਡੀ ਸ਼ਕਤੀ ਘੱਟ ਹੈ, ਸਾਧ ਸੰਗਤ ਜੀ, ਸਾਡੀ ਸ਼ਕਤੀ ਘੱਟ ਨਹੀਂ ਹੈ, ਪਰ ਸਾਡੀ ਸ਼ਕਤੀ ਬਿਖਰੀ ਹੋਈ ਜ਼ਰੂਰ ਹੈ। ਤੇ ਜੇ ਅਸੀਂ ਜ਼ਾਲਮਾਂ ਨਾਲ ਟੱਕਰ ਲੈਣੀ ਹੈ ਤੇ ਸਾਨੂੰ ਬਿਖਰੀ ਹੋਈ ਸ਼ਕਤੀ ਨੂੰ ਇਕੱਠਿਆਂ ਕਰਨਾ ਪਏਗਾ। ਅਸੀਂ 84 ਤੋਂ ਬਾਅਦ ਕਦੇ ਸਿਰ ਜੋੜ ਕੇ ਬੈਠੇ ਵੀ ਨਹੀਂ ਆਉਨੇ ਆ, ਅਰਦਾਸ 'ਚ ਸ਼ਾਮਲ ਹੁੰਨੇ ਆ, ਆਪਣੀਆਂ ਭਾਵਨਾਵਾਂ, ਆਪਣੇ ਜਜ਼ਬਾਤਾਂ ਨੂੰ ਜਿਹੜਾ ਉਹ ਪ੍ਰਗਟ ਕਰਦੇ ਆ ਤੇ ਫਿਰ ਘਰੇ ਚਲੇ ਜਾਂਦੇ ਆ। ਅੱਜ ਲੋੜ ਹੈ ਕਿ ਅਸੀਂ ਸਿੱਖ ਸ਼ਕਤੀ ਨੂੰ ਇਕੱਠਾ ਕਰੀਏ। ਇਹ ਜਿਹੜੇ ਛੋਟੇ ਛੋਟੇ ਮਤਭੇਦ ਹੁੰਦੇ ਆ ਨਾ, ਇਹ ਕੌਮਾਂ ਨੂੰ ਜ਼ਿੰਦਾ ਰੱਖਦੇ ਆ। ਇਹਨਾਂ ਦੀ ਪਰਵਾਹ ਨਾ ਕਰੀਏ, ਇਹਨਾਂ ਮਤਭੇਦਾਂ ਤੋਂ ਉੱਪਰ ਉੱਠੀਏ। ਇਹਨਾਂ ਮਤਭੇਦਾਂ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਠੇ ਹੋਈਏ। ਮੈਂ ਨਹੀਂ ਕਹਿੰਦਾ ਮੇਰੀ ਅਗਵਾਈ 'ਚ ਚੱਲੋ, ਹਮ ਆਦਮੀ ਹਾਂ ਇੱਕਦਮੀ, ਮੈਂ ਅੱਜ ਹਾਂ ਕੱਲ ਨੂੰ ਨਹੀਂ ਹੋਵਾਂਗਾ, ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ ਇਕੱਠੇ ਜ਼ਰੂਰ ਹੋਈਏ। ਸਾਡੀਆਂ ਸੰਸਥਾਵਾਂ ਸਾਡੀ ਸ਼ਕਤੀ ਦਾ ਸਰੋਤ ਹੈ। ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰੀਏ। ਮੈਂ ਸਾਰਿਆਂ ਨੂੰ ਝੋਲੀ ਅੱਡ ਕੇ ਇਹੋ ਅਪੀਲ ਕਰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ 'ਚ ਅਸੀਂ ਸਿੱਖ ਸ਼ਕਤੀ ਨੂੰ ਇਕੱਠਾ ਕਰੀਏ। ਕੋਈ ਲੋੜ ਨਹੀਂ ਹੈ ਸਾਨੂੰ
ਇਨਸਾਫ ਮੰਗਣ ਦੀ ਝੋਲੀ ਅੱਡ ਗਈ। ਸਾਡੀਆਂ ਸਾਰੀਆਂ ਸੰਸਥਾਵਾਂ ਔਰ ਸਾਡੇ ਵਹਿੰਦਿਆਂ